ਕੱਲ ਦੀ ਖਬਰ ਹੈ ਵੇ ਕਿ ਜਿਹੜਾ ਜੀ ਯੂਐਸਐਸ ਇਹਨਾਂ ਦਾ ਵੱਡਾ ਬੈਟਲ ਕੈਰੀਅਰ ਹੈ ਕੋਈ, ਉਹ ਇਬਰਾਹਿਮ ਲਿੰਕਨ, ਉਹ ਦੁਬਾਰਾ ਇਹਨਾਂ ਨੇ ਜਿਹੜਾ ਈਰਾਨ ਦੇ ਪਾਣੀਆਂ ਦੀ ਤਰਫ ਜਿਹੜਾ ਨਾ ਉਹਨੂੰ ਉਹ ਆਉਂਦਾ ਹੈ ਪਿਆ, ਤੇ ਉਹ ਐਨੀ ਤੋੜ ਦਿੱਤਾ। ਇਹ ਪਿੱਛੇ ਰਹਿ ਹੀ ਨਹੀਂ ਸਕਦੇ। ਈਰਾਨ ਇਹਨਾਂ ਦੀ ਆਖਰੀ ਲਿੰਚਪਿਨ ਨੇ, ਇਹਨਾਂ ਨੇ ਈਰਾਨ ਦੇ ਨਾਲ ਕੁਛ ਨਾ ਕੁਛ ਕਰਨਾ ਹੀ ਕਰਨਾ ਹੈ। ਹੁਣ ਡਿਪੈਂਡ ਇਹ ਕਰਦਾ ਹੈ ਕਿ ਈਰਾਨ ਆਪਣੇ ਆਪ ਨੂੰ ਕਿੰਨਾ ਇਨਸੂਲੇਟ ਕਰਦਾ ਹੈ, ਕਿੰਨਾ ਕੰਸੋਲੀਡੇਟ ਕਰਦਾ ਹੈ। ਬਿਲਕੁਲ। ਅਗਰ ਜਿਹੜੇ ਸਟਾਰਲਿੰਕ ਦੇ ਟਰਮੀਨਲ ਰਸ਼ੀਆ ਦੀ ਹੈਲਪ ਦੇ ਨਾਲ ਇਹਨਾਂ ਨੇ ਡਿਟੈਕਟ ਕਰ ਲਏ ਨੇ, ਹਜ਼ਾਰਾਂ ਦੀ ਤਾਦਾਦ ਵਿੱਚ ਇਹਨਾਂ ਨੇ ਵਿੱਚੋਂ ਗੱਦਾਰ ਫੜ ਲਏ ਨੇ, ਕਿ ਅਗਲੀ ਦਫਾ ਵੀ ਇਹ ਫੜ ਸਕਣਗੇ। ਤੇ ਮੇਰਾ ਸਵਾਲ ਉਹਦੇ ਤੋਂ ਪਹਿਲਾਂ ਇਹ ਵੀ ਹੁੰਦਾ ਹੈ ਕਿ ਆਖਿਰ 40,000 ਸਟਾਰਲਿੰਕ ਦੇ ਟਰਮੀਨਲ ਮੁਲਕ ਦੇ ਵਿੱਚ ਸਮਗਲ ਹੁੰਦੇ ਹੋਣ ਤੇ ਉਸ ਮੁਲਕ ਦੀਆਂ ਇੰਟੈਲੀਜੈਂਸ ਏਜੰਸੀਜ਼ ਨੂੰ ਪਤਾ ਹੀ ਨਾ ਲੱਗੇ। ਉਸ ਮੁਲਕ ਦੇ ਅੰਦਰ 3 ਤੋਂ 4 ਕਨਾਲ ਦਾ ਜਿਹੜਾ ਘਰ ਹੁੰਦਾ ਨਾ, ਇਸ ਘਰ ਦੇ ਸਾਈਜ਼ ਵਿੱਚ ਡਰੋਨ ਮੈਨੂਫੈਕਚਰਿੰਗ ਦੀਆਂ ਫੈਕਟਰੀਆਂ ਲੱਗੀਆਂ ਹੋਣ ਤੇ ਉਸ ਮੁਲਕ ਦੀ ਇੰਟੈਲੀਜੈਂਸ ਏਜੰਸੀ ਨੂੰ ਪਤਾ ਹੀ ਨਾ ਹੋਵੇ। ਮੇਰਾ ਇਹ ਖਿਆਲ ਹੈ ਕਿ ਪਿਛਲੀ ਦਫਾ ਵੀ ਦੇ ਵਰ ਕੌਟ ਸਲੀਪਿੰਗ ਬਿਹਾਈਂਡ ਦਾ ਵੀਲ, ਤੇ ਇਸ ਦਫਾ ਵੀ ਇਹਨਾਂ ਦਾ ਇੰਟੈਲੀਜੈਂਸ ਦਾ ਫੇਲਿਅਰ ਬਹਰਹਾਲ ਮੌਜੂਦ ਹੈ, ਲੇਕਿਨ ਇਹ ਉਹਦੇ ਤੋਂ ਬਾਹਰ ਨਿਕਲ ਆਉਂਦੇ। ਕੌਮ ਬੜੀ ਰੈਜ਼ੀਲੀਐਂਟ ਹੈ, ਲੇਕਿਨ ਇਹਨਾਂ ਦੇ ਅਟੈਕ ਬਹੁਤ ਸਖਤ ਹੁੰਦਾ ਹੈ ਇਹਨਾਂ ਦੇ ਉੱਤੇ। ਇਹਨਾਂ ਨੇ ਨੈਟਵਰਕ ਨੂੰ ਜੈਮ ਕੀਤਾ, ਆਪਣੇ ਨੈਟਵਰਕ ਨੂੰ ਬਲੌਕ ਕੀਤਾ, ਕਮਿਊਨੀਕੇਸ਼ਨ ਖਤਮ ਕੀਤੀ, ਲੇਕਿਨ ਉਹ ਕਮਿਊਨੀਕੇਸ਼ਨ ਖਤਮ ਹੋ ਹੀ ਨਹੀਂ ਸੀ ਸਕਦੀ। ਬਾਹਰੋਂ ਆਉਣ ਵਾਲੇ ਆਰਡਰ, ਅੰਦਰ ਵਾਲੇ ਇੰਤਸ਼ਾਰੀ ਸਭ ਦਾ ਦਰਮਿਆਨ ਰਾਬਤਾ ਜਿਹੜਾ ਸੀ, ਉਹ ਸਟਾਰਲਿੰਕ ਦੀ ਵਜ੍ਹਾ ਤੋਂ ਸੀ। ਤੇ ਸਟਾਰਲਿੰਕ ਬੈਨ ਉਹ ਬਲੌਕ ਨਹੀਂ ਹੋ ਸਕਦਾ। ਉਹਨੂੰ ਬਲੌਕ ਕਰਨ ਦੀ ਕੈਪੈਸਿਟੀ ਸਿਰਫ ਚਾਈਨਾ ਤੇ ਰਸ਼ੀਆ ਕੋਲੇ, ਕਿਉਂਕਿ ਯੂਕਰੇਨ ਚ ਵੀ ਵੈਸਟ ਨੇ ਸਟਾਰਲਿੰਕ ਹੀ ਦਿੱਤਾ ਹੋਵੇ ਤੇ ਉਹ ਰਸ਼ੀਆ ਦੀ ਹੈਲਪ ਨਾਲ ਬਲੌਕ ਹੋਇਆ। ਲੇਕਿਨ ਇਹ ਬਿਲਕੁਲ ਟੇਬਲ ਤੇ ਵੇ ਕਿ ਈਰਾਨ ਤੇ ਅਟੈਕ ਹੋ ਸਕਦਾ ਵੇ। ਇਹ ਬਿਲਕੁਲ ਟੇਬਲ ਤੇ ਵੇ ਕਿ ਈਰਾਨ ਨੇ ਅਗਰ ਆਪਣੇ ਰੀਜਨ ਦੇ ਵਿੱਚ ਲੋਕਾਂ ਦੇ ਨਾਲ ਆਪਣੀ ਕੈਪੈਸਿਟੀ ਬਿਲਡਿੰਗ ਨਾ ਕੀਤੀ ਤੇ ਮਦਦ ਦੀ ਆਵਾਜ਼ ਨਾ ਲਾਈ, ਕਿਉਂਕਿ ਈਰਾਨੀਆਂ ਦਾ ਵੀ ਬਹੁਤ ਪ੍ਰੋਬਲਮ ਹੈ, ਦੇ ਡੋਂਟ ਆਸਕ ਫॉर ਹੈਲਪ, ਤੇ ਇਹਨਾਂ ਨੂੰ ਮਦਦ ਵਾਸਤੇ ਆਖਣਾ ਪਵੇਗਾ, ਇਹਨਾਂ ਨੂੰ ਅਲਾਈਐਂਸਸ ਬਣਾਉਣੀਆਂ ਪੈਣਗੀਆਂ, ਇਹਨਾਂ ਨੂੰ ਆਪਣੇ ਆਪ ਨੂੰ ਕੰਸੋਲੀਡੇਟ ਕਰਨਾ ਪਵੇਗਾ, ਵਰਨਾ ਇਹਨਾਂ ਨੂੰ ਵੀ ਨਵਾਂ ਇਰਾਕ ਜਾਂ ਸੀਰੀਆ ਬਣਨ ਚ ਟਾਈਮ ਨਹੀਂ ਲੱਗੇਗਾ। ਤੇ ਅਗਰ ਇਹ ਖੁਦਾ ਨਾ ਖਾਸਤਾ ਫਾਲ ਹੁੰਦੇ ਨੇ ਤੇ ਵੀ ਵਿਲ ਬੀ ਦਾ ਨੈਕਸਟ, ਖੁਦਾ ਨਾ ਖਾਸਤਾ। अल्लाह पाक करम करे। बहुत बहुत